ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਵੰਨਗੀ ਵਿੱਚ ਦਰਜ ਹਰਚਰਨ ਸਿੰਘ ਡਾਕਟਰ ਹਰਚਰਨ ਸਿੰਘ ਦੀ ਲਿਖੀ ਹੋਈ ਇਕਾਂਗੀ ਜਿਸ ਦਾ ਨਾਂ ਹੈ ਜ਼ਫ਼ਰਨਾਮਾ, ਉਸ ਬਾਰੇ ਪੜ੍ਹਾਂਗੇ। ਪਹਿਲਾਂ ਅਸੀਂ ਡਾਕਟਰ ਹਰਚਰਨ ਸਿੰਘ ਜੀ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਡਾਕਟਰ ਹਰਚਰਨ ਸਿੰਘ ਦਾ ਜਨਮ ਚੱਕ ਨੰਬਰ 576 ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਵਿੱਚ ਸਰਦਾਰ ਕਿਰਪਾ ਸਿੰਘ ਅਤੇ ਮਾਤਾ ਸ਼੍ਰੀਮਤੀ ਰੱਖੀ ਦੇ ਘਰ 10 ਦਸੰਬਰ 1914 ਈਸਵੀ ਨੂੰ ਹੋਇਆ। ਉਹ ਇਤਿਹਾਸ ਅਤੇ ਪੰਜਾਬੀ ਦੀ MA ਅਤੇ PhD ਸਨ। ਉਹਨਾਂ ਦਾ कित्ता मतलब उनका काम, उन्होंने क्या काम करते थे, अध्यापन रहा है। ਉਹ ਲਾਹੌਰ ਤੇ ਨਵੀਂ ਦਿੱਲੀ ਗਿਆਨੀ ਅਤੇ ਬੁੱਧੀਮਾਨੀ ਪੜ੍ਹਾਉਂਦੇ ਰਹੇ। ਦਿੱਲੀ ਯੂਨੀਵਰਸਿਟੀ ਵਿੱਚ ਰੀਡਰ ਰਹੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਅਤੇ ਪ੍ਰੋਫੈਸਰ ਰਹੇ ਅਤੇ ਨਾਟਕ ਵਿਭਾਗ ਦੇ ਇੰਚਾਰਜ ਵੀ ਰਹੇ। ਉਹਨਾਂ ਦੀਆਂ ਮੁੱਖ ਰਚਨਾਵਾਂ ਕਮਲਾ ਕੁਮਾਰੀ, ਰਾਜਾ ਪੋਰਸ, ਜੀਵਨ ਲੀਲਾ, ਖੇਡਣ ਦੇ ਦਿਨ 4, 5 ਗੀਟੜਾ, ਦੂਰ ਦੁਰਾਡੇ ਸ਼ਹਿਰੋਂ, ਤੇਰਾ ਘਰ ਸੋ ਮੇਰਾ ਘਰ, ਮੁੜਕੇ ਦੀ ਖੁਸ਼ਬੂ, ਮੁੜਕਾ ਯਾਨੀ ਪਸੀਨਾ, ਸ਼ੋਭਾ ਸ਼ਕਤੀ, ਰੱਤਾ ਸਾਲੂ, ਅੱਜ ਕੱਲ੍ਹ ਤੇ ਭਲਕ, ਹਿੰਦ ਦੀ ਚਾਦਰ, ਦੇਖ ਕਬੀਰਾ ਰੋਇਆ, ਮਸੀਹਾ ਸੂਲੀ ਤੇ ਮੁਸਕਰਾਇਆ, ਪੰਜਾਬ ਦੀ ਇੱਕੋ ਮਰਦ ਰਾਣੀ ਜਿੰਦਾ, ਜੀਵਨ ਲੀਲਾ, ਸਾਂਝਾ ਰਾਜ, 5 ਗਿੱਦੜਾ, ਸਪਤਰਿਸ਼ੀ, ਕਾਇਆ ਕਲਪ, ਪੱਛਮ ਦਾ ਮਾਇਆਜਾਲ ਆਦਿ ਹਨ। ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਕੱਲ੍ਹ, ਅੱਜ ਤੇ ਭਲਕ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਮਿਲਿਆ। ਇਹਨਾਂ ਨੂੰ ਇਆਪਾ ਕੈਨੇਡਾ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਸਰਵਸ਼੍ਰੇਸ਼ਠ ਸਾਹਿਤਕਾਰ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। 12 ਅਪ੍ਰੈਲ 2006 ਨੂੰ ਉਹਨਾਂ ਦਾ ਦੇਹਾਂਤ ਹੋ ਗਿਆ। ਇਸ ਪੁਸਤਕ ਵਿੱਚ ਇਹਨਾਂ ਦਾ ਇਕਾਂਗੀ ਜ਼ਫ਼ਰਨਾਮਾ ਸ਼ਾਮਲ ਕੀਤਾ ਗਿਆ ਹੈ। ਤਾਂ ਅੱਜ ਅਸੀਂ ਇਕਾਂਗੀ ਬਾਰੇ ਪੜ੍ਹਾਂਗੇ ਜਿਸ ਦਾ ਨਾਂ ਹੈ ਜ਼ਫ਼ਰਨਾਮਾ। ਜ਼ਫ਼ਰਨਾਮਾ ਇੱਕ ਇਤਿਹਾਸਕ ਇਕਾਂਗੀ ਹੈ। ਗੁਰੂ ਗੋਬਿੰਦ ਸਿੰਘ ਨੇ 1705 ਈਸਵੀ ਵਿੱਚ ਪਿੰਡ ਦੀਨਾ ਕਾਂਗੜ ਮਾਲਵਾ ਤੋਂ ਫਾਰਸੀ ਕਵਿਤਾ ਵਿੱਚ ਇੱਕ ਖੱਤ ਲਿਖ ਕੇ ਭਾਈ ਦਇਆ ਸਿੰਘ ਹੱਥ ਔਰੰਗਜ਼ੇਬ ਨੂੰ ਭੇਜਿਆ ਸੀ। ਇਸ ਖੱਤ ਨੂੰ ਜ਼ਫ਼ਰਨਾਮਾ ਕਿਹਾ ਜਾਂਦਾ ਹੈ। ਇਸ ਜ਼ਫ਼ਰਨਾਮੇ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਜ਼ਮੀਨ ਝੰਜੋੜੀ ਗਈ। ਉਸ ਨੂੰ ਇਸ ਖੱਤ ਤੋਂ ਅਹਿਸਾਸ ਹੋਇਆ ਕਿ ਵਜ਼ੀਰ ਖਾਨ ਨੇ ਪਵਿੱਤਰ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਵਿੱਚੋਂ ਧੋਖੇ ਨਾਲ ਕਢਵਾ ਦਿੱਤਾ। ਉਹਨਾਂ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਗਏ ਅਤੇ ਛੋਟੀਆਂ ਦੋਹਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ। ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ 'ਤੇ ਡੂੰਘਾ ਅਸਰ ਪਿਆ। ਉਸ ਦੇ ਮਨ ਵਿੱਚ ਪਛਤਾਵਾ ਭਰ ਜਾਂਦਾ ਹੈ ਅਤੇ ਡਰ ਕਾਰਨ ਬੜੇ ਭਿਆਨਕ ਸੁਪਨੇ ਆਉਂਦੇ ਹਨ। ਇਸ ਵਿੱਚ 2 ਆਵਾਜ਼ਾਂ ਬੋਲਦੀਆਂ ਹਨ, ਇੱਕ ਬਾਹਰ ਮੁਖੀ ਅਤੇ ਦੂਸਰੀ ਉਹਦੇ ਹੀ ਅੰਦਰ ਸੱਚੀ ਆਵਾਜ਼। ਦੋਹਾਂ ਆਵਾਜ਼ਾਂ ਵਿੱਚ ਘਿਰਿਆ ਔਰੰਗਜ਼ੇਬ ਦੁਖੀ ਅਤੇ ਪਰੇਸ਼ਾਨ ਹੈ। ਹੁਣ ਅਸੀਂ ਇਕਾਂਗੀ ਨੂੰ ਪੜ੍ਹਦੇ ਹਾਂ। ਇਹ ਇਕਾਂਗੀ 1966 ਈਸਵੀ ਵਿੱਚ ਲਿਖਿਆ ਗਿਆ। ਚੰਡੀਗੜ੍ਹ ਵਿੱਚ ਹੋਏ ਇਕਾਂਗੀ ਮੁਕਾਬਲਿਆਂ ਵਿੱਚ ਇੱਕ ਇਕਾਂਗੀ ਖੇਡਿਆ ਗਿਆ ਅਤੇ ਪਹਿਲੇ ਦਰਜੇ 'ਤੇ ਰਿਹਾ। ਡਾਕਟਰ ਹਰਚਰਨ ਸਿੰਘ ਨੂੰ ਰੰਗਮੰਚ ਦੀ ਬੇਹੱਦ ਸੂਝ ਸੀ ਅਤੇ ਡੂੰਘਾ ਅਨੁਭਵ ਪ੍ਰਾਪਤ ਸੀ। ਉਹ ਨਾਟਕ ਲਿਖਦੇ ਹੀ ਨਹੀਂ ਖੇਡਦੇ ਵੀ ਰਹੇ। ਇਸ ਲਈ ਉਹਨਾਂ ਨੂੰ ਨਿਰਮਾਤਾ, ਨਿਰਦੇਸ਼ਕ ਅਤੇ ਅਭਿਨੇਤਾ ਹੋਣ ਦਾ ਮਾਣ ਹਾਸਿਲ ਹੈ, ਕਿਉਂਕਿ ਇਕਾਂਗੀ ਉਨਾ ਟਾਈਮ ਤੱਕ ਸਮਝ ਨਹੀਂ ਆਉਂਦਾ ਜਿੰਨਾ ਤੱਕ ਉਸਨੂੰ ਪਰਦੇ 'ਤੇ ਖੇਡਿਆ ਨਾ ਜਾਵੇ, ਮਤਲਬ ਉਸਨੂੰ ਦੂਸਰਿਆਂ ਸਾਹਮਣੇ ਪ੍ਰਸਤੁਤ ਨਾ ਕੀਤਾ ਜਾਵੇ। ਜ਼ਫ਼ਰਨਾਮਾ ਪਾਤਰ ਇਸ ਵਿੱਚ ਹੈਗੇ ਹਨ ਔਰੰਗਜ਼ੇਬ ਸ਼ਹਿਨਸ਼ਾਹ ਯਾਨੀ ਕਿ ਜੋ ਰਾਜਾ ਹੈ, ਜੀਨਤ ਉਨ ਨਿਸ਼ਾ ਔਰੰਗਜ਼ੇਬ ਦੀ ਪੁੱਤਰੀ, ਬੇਗਮ ਉਦੈਪੁਰੀ ਔਰੰਗਜ਼ੇਬ ਦੀ ਪਤਨੀ, ਅਸਦ ਖਾਨ ਸ਼ਾਹੀ ਹਕੀਮ, ਸਮਾਂ ਸੰਨ 1706 ਈਸਵੀ, ਸਥਾਨ ਅਹਿਮਦ ਨਗਰ ਦੱਖਣ, ਵਕਤ ਸਵੇਰ ਸਾਰ मतलब सुबह का टाइम है, दृश्य यानी दृश्य। ਮੁਗਲ ਸ਼ਹਿਨਸ਼ਾਹ ਔਰੰਗਜ਼ੇਬ ਦਾ ਵਿਸ਼ਾਲ ਪਰ ਸਾਦਾ ਨਿੱਜੀ कमरे विचकार आलमगीर का बिस्तरा, आलमगीर मतलब राजा का, ये आलमगीर बोला गया शहनशाह को, औरंगजेब को। आसपास कुछ किताबां, सोहनी जिल्द वाली कुरान शरीफ, लिखत का समान, ढाल आदि चीज़ां पईयां हन। पर्दा उठण समय हनेरी झक्खड़ की सां सुनाई दिंदी है, नाल हवा नाल दोहां दीविਆਂ ਦੀਆਂ ਲਾਟਾਂ ਟਿਮਟਿਮਾ ਰਹੀਆਂ ਹਨ। औरंगजेब मधरा कद
मतलब बहुत लंबे नहीं थे। कमज़ोर लम्मा नक, सुर्ख गोरा रंग, गोल सफ़ेद दाढ़ी, कुतरियां हुईयां लवां, तेज भख ਦੀਆਂ ਅੱਖਾਂ, उम्र ਦੇ ਭਾਰ ਨਾਲ ਝੁਕਿਆ ਹੋਇਆ ਲੱਕ, ਗਲ ਸਫੈਦ ਮਲਮਲ ਦਾ ਮੁਗਲ ਢੰਗ ਦਾ ਚੋਗਾ ਜਿਸ ਦੀਆਂ ਤਣੀਆਂ ਸੱਜੇ ਮੋਢੇ ਹੇਠ ਬੰਨ੍ਹੀਆਂ ਹੋਈਆਂ ਹਨ। ਸੋਨੇ ਦੀਆਂ ਤਾਰਾਂ ਨਾਲ ਮੜੀ ਹੋਈ ਪਗੜੀ, ਸਿਲਕ ਤੇ ਕਮਰਬੰਦ ਵਿੱਚ ਟੁੰਗਿਆ ਹੋਇਆ ਖੰਜਰ। ਘਬਰਾਹਟ ਅਤੇ ਅਕਹਿ ਡਰ ਦੀ ਹਾਲਤ ਵਿੱਚ ਖੜਾ ਹੈ। ਉਸ ਦਾ ਖੱਬਾ ਹੱਥ, ਖੱਬਾ ਮਤਲਬ ਉਸका ਲੈਫਟ ਹੱਥ ਖੰਜਰ ਉੱਤੇ ਹੈ, ਸੱਜਾ ਹੱਥ ਸੋਟੀ ਸਮੇਤ ਕੰਬ ਰਿਹਾ ਹੈ। औरंगजेब, हर गल मेरी मर्जी के खिलाफ हो रही है, कुदरत भी कहरवान हो गई है, इस तरह लगता है कि खुदा ने मैनू भुला दिता है। तो ये सब औरंगजेब अपने आप नाल बोल रहा है, उसकी अंदरली आवाज़ बोल रही है। एकदम सोग साजा समेत नच्चण की आवाज़ सुनाई दिंदी है। औरंगजेब अति हैरानी ते गुस्से नाल, शाही महल विच नाच, क्या इन्हां ने मैनू मोया ख्याल कर लिया है? बंद करो ये नाच और साज। आवाज़, बुढ़े बीमार बादशाह, तू जिंदगी की तोर नूं रोकण दे काबिल नहीं। राग दियां उच्चियां धुनां सुनाई दिंदियां हन। औरंगजेब तिल मिला के, ये क्या बदतमीजी है, फौरन बंद करो ये रंग और राग। शाही महल और दरबार विच इसकी सख्त मनाही है। आवाज़, औरंगजेब जिंदगी खुद एक रंग तमाशा है जिस तो तू महरूम रहा है, इससे वास्ते तेरी जिंदगी रंगहीन अते तू सख्त मजाज है। ये उसके अंदरली जिहड़ी आवाज़ है वो आ रही है। औरंगजेब पोले हत्थां वाली नाल ताली वजा के, पोले मतलब बहुत हल्के हाथों से, चौबदार है कोई नहीं सुन रहा, घटियापन का एहसास अनुभव करता होया, क्या गम ते बीमारी ने मैनू इतना कमज़ोर कर दिता है? शेर दे पढ़न पिछों दाद विच बहुत सारे नशेई बंदियां ने उच्ची हसन की आवाज़ सुनाई दिंदी है। औरंगजेब, इतना कुफर, कौन है ये लोग जो मेरी मौत तो इन्ने बेखबर हैं? आवाज़, अदना सा स्नान, तू नहीं पछाणदा ये खुशी दे कह के कौन मार रहे हैं? औरंगजेब, कौन हैं ये शख्स? आवाज़, ये हैं तेरे अहलकार, फौजदार, सूबेदार, उमरा और उलीमा जो तेरी मौत दियां घड़ियां उड़ीक रहे हैं। वो शेरो शायरी नाल तैनू चिड़ा रहे हैं क्योंकि तू सारी उम्र इन्हां नू कुफर दे ठेकेदार कहंदा रहा है। शराब दे नशे विच वो तेरी कमजोरी दा मजाक उड़ा रहे हैं। औरंगजेब, इन्हां दी इतनी जुर्रत, इन्हां नू इलम नहीं कि शराब नोशी दी करड़ी सज़ा है। मैं सब दी गिरफ्तारी का हुक्म दिंदा हाँ। आवाज़ उच्चे हासे पिछों, ये तां अगे ही बागी दे आकी हन, तेरे सख्त वरताव कारण फौजी बिगल अते गुरौले गोले की आवाज़ सुनाई दिंदी है। औरंगजेब डर नाल कंबदा होया, एक खतरनाक शोर कैसा है? आवाज़, मुगल तख्तो ताज लई तेरे बेटियां विच खाना जंगी शुरू है। औरंगजेब अति दुख ते घबराहट नाल, या खुदा, इसे गल तो मैं डरदा सा, मैं हरगिज कुछ तो खून नहीं होण दियांगा। आवाज़, बुढ़े बादशाह भुल गया है, तू भी अपने बाप शाहजहां की मौत की इंतजार नहीं सी कीती। औरंगजेब, मैं गलती ते सा, हुकूमत की हवश ने मैनू अन्ना कीता होया सी। आवाज़, तेरे बेटे तेरी गलती दोहराणगे, हुण तेरियां नसीहतां नहीं, तेरे अमल उन्हां दे कदमां दी रहबरी करनगे। मतलब वो कह रहा है कि जैसा आपने किया था वैसे ही अब आपके, वो आवाज़ कह रही है, वैसे ही आपके बच्चे करेंगे। औरंगजेब, ओ गुमराह शहजादियो, मेरी गलती हरगिज ना दोहरायो, हमेशा लई मैं मन ते रूह दा चैन गवा बैठा हाँ। आवाज़, तू 50 साल प्रजा दे मन दा चैन खोया है, हुण तेरे अमन दी कौन परवाह करदा है? दूरों सत श्री अकाल दे जयकारे सुनाई दिंदे हन। औरंगजेब, हैं ये कैसे खौफनाक नारे हैं? आवाज़, औरंगजेब, ये जित दे जयकारे हैं। पंजाब विच सिंह सूरमे फिर गुरु दे झंडे थले इकट्ठे हो गए हैं। इकट्ठे मतलब इकट्ठे। खिदराणे दी ढाब लागे मुगल फौजां नूं शिक्षत दे चुके हैं। बजरंग बली, हर हर महादेव दे नारे सुनाई देंदे हैं। औरंगजेब, ओ ये बड़े अजीब नारे हैं। तो औरंगजेब अपनी ही अंदरली आवाज़ दे नाल गल्लां कर रहा है अपने डर दे विच। आवाज़, सतनामी साधु भी जोर जुलम विरुद्ध आवाज़ बुलंद कर रहे हैं, लोकां नूं जगा रहे हैं। औरंगजेब, होर डर के हैं, आ नारे तो बिल्कुल नज़दीक सुनाई देंदे हैं। आवाज़, महाराष्ट्र का बच्चा मुगलों नूं दक्खण विचों कड्ढण लई उठ खड़ा होया है। औरंगजेब, दिल्ली तो भारी फौज मंगवा के इन्हां दी बगावत नूं कुचल दियांगा। आवाज़,
ਸ਼ੁਮਾਲੀ ਹਿੰਦੁਸਤਾਨ ਵਿੱਚ ਤਾਂ ਅੱਗੇ ਹੀ ਕਈ ਸੂਬੇਦਾਰ ਹਕੂਮਤ ਦਾ ਜੂਲਾ ਲਾ ਦੇਣ ਦੀਆਂ ਗੋਂਦਾਂ ਗੁੰਦ ਰਹੇ ਹਨ। ਔਰੰਗਜ਼ੇਬ ਜਿਉਂਦੇ ਜੀ ਮੈਂ ਮੁਗਲ ਹਕੂਮਤ ਨੂੰ ਹਰਗਿਜ਼ ਕਮਜ਼ੋਰ ਨਹੀਂ ਹੋਣ ਦਿਆਂਗਾ। ਆਵਾਜ਼ ਮੁਗਲ ਸਲਤਨਤ ਤਾਂ ਅੱਗੇ ਹੀ ਤੇਰੇ ਵਾਂਗ ਬੁੱਢੀ ਤੇ ਜਰਜਰੀ ਹੋ ਚੁੱਕੀ ਹੈ। ਤੂੰ ਹੀ ਉਸ ਦੀਆਂ ਜੜ੍ਹਾਂ ਖੋਖਲੀਆਂ ਕਰਨ ਦਾ ਜ਼ਿੰਮੇਵਾਰ ਹੈ। ਔਰੰਗਜ਼ੇਬ ਹਰਗਿਜ਼ ਨਹੀਂ। ਪੂਰੇ 48 ਸਾਲ ਮੈਂ ਇਸ ਨੂੰ ਮਜ਼ਬੂਤ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਹੈ। ਕਦੇ ਫਰਜ਼ ਤੋਂ ਕੁਤਾਹੀ ਨਹੀਂ ਕੀਤੀ। मतलब फ़र्ज तो कुताही इनकार नहीं करना, उस फ़र्ज को निभाना। रब उगा है और उगा मतलब अगवा। मैं मेहनत दयानतदारी ते सच्चाई नाल अपना फ़र्ज निभाया है। आवाज़ तू खुशामदी लोकां तो आलमगीर जिंदाबाद दे नारे सुन सुन खुशफहमी विच रहा। औरंगजेब की तू जानदा है हुकूमत दियां नीहां कौन पक्कियां करदा है? औरंगजेब हुक्मरान दे मजबूत हथ और पुख्ता इरादा। आवाज़ नहीं तू भुलेखे विच रिहा है। अशोक ते अकबर वांग लोकां दे दिलां नूं जिੱਤਣ नाल राज ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਸਿੱਖ ਮਰਾਠੇ ਰਾਜਪੂਤ ਸੰਤ ਸਾਧੂ ਸਿਆ ਸੂਫੀ ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ। ਔਰੰਗਜ਼ੇਬ ਮੈਂ ਦੀਨ ਈਮਾਨ ਨਾਲ ਆਵਾਮ ਮਤਲਬ ਜਨਤਾ ਦੀ ਬਿਹਤਰੀ ਲਈ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ। ਆਵਾਜ਼ ਸਿਰਫ ਮੁੱਠੀ ਪਰ ਲੋਕਾਂ ਦੀ ਬਿਹਤਰੀ ਨੂੰ ਸਾਹਮਣੇ ਰੱਖਿਆ ਹੈ। ਔਰੰਗਜ਼ੇਬ ਮਾਨਸਿਕ ਧੱਕੇ ਨਾਲ ਡਿੱਗਣ ਲੱਗਦਾ ਹੈ ਪਰ जीनत उसनू हत्थों तो बोचती है। जीनत अब्बाजान मतलब अब उनकी बेटी की एंट्री होती है। औरंगजेब एकदम अपने आप नू छुड़ा के मैनू ना मारो, दुख और गम नाल मैं अगे ही मरिया होया हाँ। जीनत झूण के जगाउंदी होई अब्बाजान मैं हाँ आप दी बेटी जीनत। औरंगजेब मैनू मारन दा तैनू की फायदा होवेगा? जीनत अब्बा होश विच आओ, आप दी प्यारी बेटी जीनत तो बिना होर कोई इत्थे नहीं। औरंगजेब अधहोश विच ठीक है तू कोई बेटा है तो जो मेरे खून दी प्यासी होवेगी। जीनत अब्बा हर बेटी बाप दा भला चाहुंदी है। औरंगजेब होश विच आके कौन बेटी जीनत? शक नाल आले दुआले देख के तू बिना इजाजत अंदर क्यों आई है? जीनत अब्बा जान तुहाड़ियां चीखां सुन के मैं रह ना सकी। औरंगजेब कुछ याद करदा होया मेरियां चीखां? जीनत अब्बा जान मैदाने जंग विच तुसी नमाज दा वक्त नहीं सी खुंजाया। औरंगजेब क्या फजर दी नमाज दा वक्त हो चुका है? याद करके उफ बेटी जीनत अज मैनू नहायत खौफनाक ख्वाब आया है। ऐसी डरावनी रात, तौबा तौबा, सारी रात एक पल नहीं सो सकिया। या मेरे अल्लाह रहम कर। जीनत अब्बा जान तुसी ज़्यादा फिक्रमंद रहंदे हो, सुपना क्या सी? औरंगजेब बेटी दसन वाली गल नहीं, पहला मैनू मस्जिद तक लै चल, मैं इबादत कर आवां, मते मेरे मन नूं चैन आवे। जीनत दिली हमदर्दी नाल हथ फड़ के चलो अब्बा जान। औरंगजेब बेटी होर भी किसी नूं मेरी हालत दा पता लगा है? जीनत डरदी हुई अम्मी बेगम ने ही मैनू जगाया सी, उन्हां ने तो साइश हकीम नूं भी बुलावा भेजिया है शायद। औरंगजेब बेगम मेरी आदत तो वाकफ है, उसने क्यों हकीम नूं बुलाया? जीनत अब्बा जान आप दी हालत देख के कंधां भी कंब रही सन। औरंगजेब मैं खुद दी जिंदगी विच इतना कदे नहीं डरिया, मेरा सारा वजूद कंब गया है, छेती चल। उन्हां दे जान पिछों बुजुर्ग बेगम उदयपुरी औरंगजेब दी इतालवी तीजी बीवी शहजादा काम बख्श दी माँ, जिसनों औरंगजेब सब तो वध चाहुंदा सी ते जिसने पिछली उम्र विच उसकी बहुत सेवा की सी, डरदी अंदर दाखिल हुंदी है। बेगम उदयपुरी हकीम साहब अंदर आ जाओ। शाही हकीम झुक के सलाम करदा होया आदाब अर्ज। बेगम साहिबा आले दुआले वेख के जां अपना नज़र नहीं आ रहे, बेगम नमाज तो वापस नहीं आए। शाही हकीम बेगम साहिबा जरा गौर नाल देखो, सब चीज़ां खिंडरियां होईयां हन। बेगम कुछ चुक के आ तस्वीर भी डिग्गी पई है। हकीम साफ जाहिर है हजूर दे मन की हालत गैर मामूली तौर पर खराब है। बेगम खान बहादुर आप भी आ गए, तशरीफ ले आओ अंदर। असद खान झुक के सलाम बेगम साहिबा। शाही हकीम आदाब अर्ज खान बहादुर। असद खान उसनू सिर नाल जवाब दे के क्या हुक्म है बेगम साहिबा? बेगम जापना अज नहायत परेशान हैं, मतलब बहुत ज़्यादा परेशान है। हजूर की आवाज़ सुन के मैं बेटी जीनत नूं जगाया, पहला तो असी बहुत डरियां, अखीर मुश्किल नाल बेटी नूं कमरे अंदर जाण लई मजबूर किया। असद खान बड़ी चिंता की बात है, जापना ता नहायत पुख्ता इरादे दे मालक हैं, खुदा प्रस्त होने करके आप औखे तो औखे वक्त साबित कदम रहिंदे हैं। शाही हकीम ये ही मैं सोच रहा हाँ, इन्ने मुस्तकिल मिजाज कम इंसान है। हकीम एकदम इशारा करता है, सारे सहम जाते हैं ते अदब नाल झुकते हैं। औरंगजेब शक्की नज़र नाल वेखदा है, क्या साजिश हो रही है? बेगम डरदी हुई कोई साजिश नहीं आका, हजूर दी सेहत दे फिक्र विच खड़े हाँ।
ਅੱਗੇ ਦੇਖੋ। ਔਰੰਗਜ਼ੇਬ ਮੁਸਕਰਾਉਂਦਾ ਹੋਇਆ, ਤੂੰ ਕਿਤੇ ਕਾਮ ਬਖਸ਼ ਨੂੰ ਇਤਲਾਹ ਤਾਂ ਨਹੀਂ ਭੇਜ ਦਿੱਤੀ? ਬੇਗਮ ਕੰਨਾਂ ਨੂੰ ਹੱਥ ਲਾ ਕੇ, ਹਜੂਰ ਦੇ ਹੁਕਮ ਤੋਂ ਬਿਨਾਂ ਮੈਂ ਕਦੇ ਐਸਾ ਕਦਮ ਨਹੀਂ ਪੁੱਟ ਸਕਦੀ। ਔਰੰਗਜ਼ੇਬ, ਅਸਦ ਖਾਨ ਨੂੰ ਕਿਸਨੇ ਬੇਵਕਤ ਤਕਲੀਫ ਦਿੱਤੀ ਹੈ? ਅਸਦ ਖਾਨ ਝੁਕਦਾ ਹੋਇਆ, ਬੇਟੀ ਜੀਨਤ ਦਾ ਪੈਗਾਮ ਗਿਆ ਸੀ ਕਿ ਜਹਾਂ ਪਨਾਹ ਦੀ ਤਬੀਅਤ ਸਖਤ ਨਸਾਜ ਹੈ। ਔਰੰਗਜ਼ੇਬ ਜੀਨਤ ਵੱਲ ਪਿਆਰ ਨਾਲ ਵੇਖਦਾ, ਮੇਰੀ ਬੇਟੀ ਨੂੰ ਜ਼ਰੂਰਤ ਤੋਂ ਜ਼ਿਆਦਾ ਮੇਰੀ ਫਿਕਰ ਰਹਿੰਦੀ ਹੈ। ਪਿਛਲੇ 30 ਸਾਲਾਂ ਤੋਂ ਇਹ ਮੇਰੀ ਖਿਦਮਤ ਕਰ ਰਹੀ ਹੈ। ਖੁਦਾ ਹਰ ਬਸ਼ਰ ਨੂੰ ਐਸੀ ਨੇਕ ਬਖਤ ਬੇਟੀ ਦੇ। ਬੇਗਮ, ਜਹਾਂ ਪਨਾਹ ਦੀ ਖਿਦਮਤ ਤੋਂ ਬਿਨਾਂ ਮੇਰੀ ਵੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ। ਔਰੰਗਜ਼ੇਬ ਮੁਸਕਰਾਉਂਦਾ ਹੈ, ਬੇਗਮ ਉਦੈਪੁਰੀ, ਤੂੰ ਆਪਣੀ ਜਗ੍ਹਾ ਹੈ, ਬੇਟੀ ਆਪਣੀ ਜਗ੍ਹਾ ਹੈ। ਅਰਸ਼ਦ ਖਾਨ ਆਪਣੇ ਆਪ ਨੂੰ ਫਾਲਤੂ ਸਮਝਦਾ ਹੋਇਆ, ਖਾਦਮ ਨੂੰ ਕਿਆ ਹੁਕਮ ਹੈ? ਔਰੰਗਜ਼ੇਬ, ਬੇਟੀ ਖਾਨ ਬਹਾਦਰ ਨੂੰ ਤੂੰ ਬੜੀ ਤਕਲੀਫ ਦਿੱਤੀ ਹੈ, ਜਰਾ ਠਹਿਰੋ, ਮੈਂ ਕੁਝ ਜ਼ਰੂਰੀ ਬਾਤ ਕਰਨੀ ਹੈ। ਹਕੀਮ ਜਾਪਨਾ, ਹਜੂਰ ਦੇ ਚਿਹਰੇ ਤੇ ਅੱਖਾਂ ਦੀ ਅਲਾਮਤ ਚਿੰਤਾ ਭਰੀ ਹੈ, ਆਰਾਮ ਦੀ ਸਖਤ ਜ਼ਰੂਰਤ ਹੈ। ਔਰੰਗਜ਼ੇਬ, 3 ਘੰਟਿਆਂ ਤੋਂ ਜ਼ਿਆਦਾ ਮੈਂ ਕਈ ਸਾਲਾਂ ਤੋਂ ਨਹੀਂ ਸੁੱਤਾ, ਪਰ ਅੱਜ ਤਾਂ ਨੀਂਦ ਹੀ ਹਰਾਮ ਹੋ ਗਈ। ਹਕੀਮ, ਇਸ ਹਾਲਤ ਵਿੱਚ ਨੀਂਦ ਅਜਹਦ ਜ਼ਰੂਰੀ ਹੈ ਕਿਉਂਕਿ ਇਸ ਦਾ ਜ਼ਿਹਨ ਨਾਲ ਤਾਲੁਕ ਹੈ। ਔਰੰਗਜ਼ੇਬ, ਨੀਂਦ ਲਿਆਉਣ ਵਾਲੀ ਕੋਈ ਅੱਛੀ ਦਵਾ ਹੈ ਤੇਰੇ ਪਾਸ? ਹਕੀਮ, ਨਹਾਇਤ ਅੱਛੀ ਜਾਂ ਪਨਾਹ। ਔਰੰਗਜ਼ੇਬ ਮੁਸਕਰਾਉਂਦਾ ਹੋਇਆ, ਹਮੇਸ਼ਾ ਦੀ ਨੀਂਦ ਸੁਲਾਉਣ ਵਾਲੀ ਤਾਂ ਨਹੀਂ? ਹਕੀਮ, ਜਾਂ ਪਨਾਹ ਦੇ ਇਕਬਾਲ ਨਾਲ ਸਾਰਾ ਹਿੰਦੁਸਤਾਨ ਸੁੱਖ ਦਾ ਸਾਹ ਲੈ ਰਿਹਾ ਹੈ। ਔਰੰਗਜ਼ੇਬ, ਤੇਰੀਆਂ ਗੱਲਾਂ ਵਾਂਗ ਤੇਰੀ ਦਵਾ ਵੀ ਝੂਠੀ ਹੀ ਹੋਵੇਗੀ, ਦਿਖਾ ਕਿਹੜੀ ਦਵਾ ਹੈ। ਹਕੀਮ, ਜਾਂ ਪਨਾਹ ਦੀ ਜੇਨੀ ਪਰੇਸ਼ਾਨੀ ਲਈ ਬਹੁਤ ਮੁਫੀਦ ਰਹੇਗੀ। ਔਰੰਗਜ਼ੇਬ, ਚੰਗੀ ਤਰ੍ਹਾਂ ਦੇਖੇ, ਇਸ ਨੂੰ ਪਹਿਲਾਂ ਮੇਰੇ ਸਾਹਮਣੇ ਚੱਕ ਕੇ ਦਿਖਾ। ਹਕੀਮ, 100 ਵਾਰੀ ਜਾਂ ਪਨਾਹ, ਇਹ ਤਾਂ ਜਿੰਨੀ ਕੁਵਤ ਲਈ ਇਕਸੀਰ ਹੈ। ਹਜੂਰ ਦੇ ਦਿਮਾਗ ਨੂੰ ਘੜੀ ਪਲ ਵਿੱਚ ਆਰਾਮ ਮਹਿਸੂਸ ਹੋਣ ਲੱਗ ਜਾਵੇਗਾ। ਔਰੰਗਜ਼ੇਬ, ਬੇਟੀ ਆਹ ਦਵਾ ਰੱਖ ਲੈ, ਮੈਂ ਠਹਿਰ ਕੇ ਖਾਵਾਂਗਾ, ਤਸ਼ਰੀਫ ਲੈ ਜਾ ਸਕਦੇ ਹੋ। ਹਕੀਮ ਝੁਕ ਕੇ, ਜੋ ਹੁਕਮ ਜਹਾਂਪਨਾਹ। ਔਰੰਗਜ਼ੇਬ, ਬੇਗਮ ਨੂੰ ਆਪ ਦੀ ਸਿਹਤ ਵੀ ਠੀਕ ਨਹੀਂ, ਜਾਓ ਆਰਾਮ ਕਰੋ। ਬੇਗਮ ਅਪਮਾਨ ਅਨੁਭਵ ਕਰਦੀ ਹੋਈ, ਜੋ ਹੁਕਮ ਜਹਾਂਪਨਾਹ। ਔਰੰਗਜ਼ੇਬ, ਬੇਟੀ ਜੀਨਤ ਥੋੜ੍ਹਾ ਜਿਹਾ ਗਰਮ ਪਾਣੀ ਮੰਗਵਾ। ਜੀਨਤ ਉਸਦਾ ਭਾਵ ਸਮਝਦੀ ਹੋਈ, ਅੱਬਾ ਜਾਨ ਮੈਂ ਆਪ ਲੈ ਕੇ ਆਉਂਦੀ ਹਾਂ। ਔਰੰਗਜ਼ੇਬ ਕੁਝ ਚਿਰ ਦਰਵਾਜ਼ੇ ਵੱਲ ਵੇਖਦਾ ਰਹਿੰਦਾ ਹੈ। ਔਰੰਗਜ਼ੇਬ, ਅਸਦ ਖਾਨ ਤੂੰ ਮੇਰਾ ਆਲਾ ਅਹਿਲਕਾਰ ਹੀ ਨਹੀਂ, ਦਿਲੀ ਦੋਸਤ ਵੀ ਹੈ। ਬੇਸ਼ੱਕ ਕਈ ਰਾਜ਼ ਮੈਂ ਤੇਰੇ ਪਾਸੋਂ ਵੀ ਲੁਕਾ ਕੇ ਰੱਖਦਾ ਹਾਂ, ਪਰ ਅੱਜ ਆਪਣੇ ਦਿਲ ਦਾ ਭੇਦ ਤੇਰੇ ਸਾਹਮਣੇ ਜ਼ਾਹਰ ਕਰਦਾ ਹਾਂ। ਅਸਦ ਖਾਨ, ਹਜੂਰ ਦੀ ਜਰਾ ਨਿਵਾਜੀ ਹੈ। ਔਰੰਗਜ਼ੇਬ, ਮੈਂ ਆਪਣੀ ਕਮਜ਼ੋਰੀ ਕਿਸੇ ਸਾਹਮਣੇ ਜ਼ਾਹਰ ਨਹੀਂ ਕਰਨੀ ਚਾਹੁੰਦਾ। ਤੇਰੇ ਉੱਤੇ ਮੈਨੂੰ ਮੁਕੰਮਲ ਭਰੋਸਾ ਹੈ, ਮੈਂ ਤੈਨੂੰ ਜ਼ਰੂਰੀ ਸਹੀ ਮਸ਼ਵਰਾ ਦੇਵਾਂਗਾ। ਅਰਸ਼ਦ ਖਾਨ, ਜਾਂ ਪਨਾਹ, ਜਲਦੀ ਆਪਣੇ ਦਿਮਾਗ ਦਾ ਭਾਰ ਹੌਲਾ ਕਰੋ। ਔਰੰਗਜ਼ੇਬ, ਦੋਸਤ, ਸੱਚ ਤਾਂ ਇਹ ਹੈ ਕਿ ਜ਼ਿੰਦਗੀ ਭਰ ਮੈਂ ਇਤਨਾ ਪਰੇਸ਼ਾਨ ਨਹੀਂ ਹੋਇਆ ਜਿਤਨਾ ਇੱਕ ਰਾਤ ਵਿੱਚ, ਨਾ ਹੀ ਅੱਜ ਤੱਕ ਕਿਸੇ ਨੇ ਮੇਰੀ ਜ਼ਮੀਰ ਨੂੰ ਇਤਨਾ ਝੰਜੋੜਿਆ ਹੈ। ਅਸਦ ਖਾਨ ਉਤਸੁਕਤਾ ਨਾਲ, ਹਜੂਰ, ਕੱਲ੍ਹ ਅਜਿਹਾ ਕਿਹੜਾ ਵਾਕਿਆ ਹੋਇਆ ਹੈ? ਔਰੰਗਜ਼ੇਬ, ਕੱਲ੍ਹ ਪੰਜਾਬ ਤੋਂ ਦਇਆ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਗੋਬਿੰਦ ਸਿੰਘ ਦਾ ਖੱਤ ਲੈ ਕੇ ਆਇਆ ਸੀ। ਅਸਦ ਖਾਨ, ਇਹ ਤਾਂ ਮੈਂ ਵੀ ਸੁਣਿਆ ਹੈ। ਔਰੰਗਜ਼ੇਬ ਸ਼ੱਕ ਨਾਲ, ਕਿਆ ਤੂੰ ਉਸ ਖੱਤ ਦੇ ਮਜ਼ਮੂਨ ਬਾਰੇ ਵੀ ਕੁਝ ਸੁਣਿਆ ਹੈ? ਅਸਦ ਖਾਨ ਡਰ ਕੇ, ਨਹੀਂ ਜਹਾਂਪਨਾਹ, ਬਸ ਇਹੋ ਸੁਣਿਆ ਸੀ ਕਿ ਉਸ ਸਿੰਘ ਨੂੰ ਕਈ ਮਹੀਨੇ ਇੰਤਜ਼ਾਰ ਕਰਨੀ ਪਈ ਮੁਲਾਕਾਤ ਲਈ। ਔਰੰਗਜ਼ੇਬ, ਕਿਉਂ ਉਹ ਆਪਣੇ ਹੱਥਾਂ ਨਾਲ ਖੱਤ ਮੈਨੂੰ ਦੇਣਾ ਚਾਹੁੰਦਾ ਸੀ? ਅਸਦ ਖਾਨ, ਫਿਰ ਤਾਂ ਹਜੂਰ ਖਾਸ ਪੈਗਾਮ ਹੋਵੇਗਾ। ਔਰੰਗਜ਼ੇਬ, ਹਾਂ, ਖਾਸ ਉਲ ਖਾਸ ਇੱਕ ਜ਼ਫ਼ਰਨਾਮਾ। ਅਸਦ ਖਾਨ, ਜਾਂ ਪਨਾਹ, ਉਸ ਖੱਤ ਵਿੱਚ ਐਸੀ ਕਿਹੜੀ ਗੱਲ ਹੈ ਜੋ ਹਜੂਰ ਦੇ ਦਿਮਾਗ ਨੂੰ ਇਤਨਾ ਪਰੇਸ਼ਾਨ ਕਰ ਰਹੀ ਹੈ? ਔਰੰਗਜ਼ੇਬ, ਉਸ ਵਿੱਚ ਸਿੱਖਾਂ ਦੇ ਪੀਰ ਨੇ ਐਸੀ ਬੇਵਾਕੀ ਨਾਲ ਮੈਨੂੰ ਲਾਹਨਤਾਂ ਪਾਈਆਂ ਹਨ ਕਿ ਮੇਰੀ ਜ਼ਮੀਰ ਥਰਥਰਾ ਗਈ ਹੈ, ਮੇਰਾ ਵਜੂਦ ਪਿੰਜਿਆ ਗਿਆ ਹੈ। ਪਤਾ ਨਹੀਂ ਉਸ ਦਾ ਜ਼ਿਹਨ ਉੱਤੇ ਕਿਆ ਅਸਰ ਹੋਇਆ, ਸਾਰੀ ਰਾਤ ਇੱਕ ਪਲ ਨੀਂਦ ਨਹੀਂ ਆਈ। ਸਵੇਰ ਸਾਰ ਜਰਾ ਅੱਖ ਲੱਗੀ ਤਾਂ ਐਸਾ ਖੌਫਨਾਕ ख्वाब ਆਇਆ ਜੋ ਬਿਆਨੋਂ ਵਾਰ ਹੈ, ਮਤਲਬ ਮੈਂ ਉਸੇ ਬਿਆਨ ਨਹੀਂ ਕਰ ਸਕਤਾ। ਅਸਦ ਖਾਨ, ਅੱਲਾ ਦੇ ਆਸ਼ਕਾਂ ਨੂੰ ਕਿਸੇ ਦਾ ਡਰ ਭੈ ਨਹੀਂ ਹੁੰਦਾ। ਖਰੀਆਂ ਖਰੀਆਂ ਲਿਖ ਦਿੱਤੀਆਂ ਹੋਣੀਆਂ ਜੋ ਹਜੂਰ ਦੀ ਜ਼ਮੀਰ ਨੂੰ ਟੁੰਬ ਰਹੀਆਂ ਹਨ। ਔਰੰਗਜ਼ੇਬ, ਦੋਸਤ, ਸੱਚ ਜਾਣ, ਅੱਜ ਤੱਕ ਕਿਸੇ ਨੇ ਮੇਰੇ ਅਕੀਦੇ ਔਰ ਅਮਲਾਂ ਦੀ ਐਸੀ ਨਿਖੇਧੀ ਨਹੀਂ ਕੀਤੀ। ਉਸ ਦੇ ਜ਼ਫ਼ਰਨਾਮੇ ਨੇ ਮੇਰੀ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਹੈ, ਮਤਲਬ ਹਿਲਾ ਕੇ ਰੱਖ ਦਿਆ ਹੈ। ਅਸਦ ਖਾਨ, ਇਹ ਤਾਂ ਸਭ ਮੰਨਦੇ ਹਨ ਕਿ ਉਹ ਅਜ਼ਮਤ ਵਾਲਾ ਪੀਰ ਹੈ। ਹਜੂਰ ਨੂੰ ਯਾਦ ਹੋਵੇਗਾ ਕਿ ਫੌਜਦਾਰ ਸੈਦ ਖਾਨ ਤੇ ਰਮਜ਼ਾਨ ਖਾਨ ਉਸ ਪੀਰ ਨਾਲ ਜਾ ਰਲੇ ਹਨ। ਜਾਪਨਾ, ਮੈਂ ਸਮਝ ਨਹੀਂ ਸਕਿਆ ਇਸ ਵਿੱਚ ਦਿਲ ਤੇ ਲਾਉਣ ਵਾਲੀ ਕਿਹੜੀ ਗੱਲ ਹੈ? ਔਰੰਗਜ਼ੇਬ, ਵਜ਼ੀਰ ਖਾਨ ਨੇ ਮੇਰੇ ਨਾਂ 'ਤੇ ਪਹਿਲਾਂ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ, ਫਿਰ ਉਸ ਪੀਰ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ ਔਰ ਲੜਾਈ ਵਿੱਚ ਉਸਦੇ ਬੇਟੇ ਮਾਰੇ ਗਏ। ਅਸਦ ਖਾਨ, ਦਿਲੋਂ ਦੁੱਖ ਮਹਿਸੂਸ ਕਰਕੇ, ਬਹੁਤ ਬੁਰੀ ਖਬਰ ਹੈ।
ਫਕੀਰਾਂ ਦੀ ਬਦਦੁਆ ਤੋਂ ਖੁਦਾ ਬਚਾਏ। ਔਰੰਗਜ਼ੇਬ ਅੰਤਰੀਵ ਡਰ ਅਧੀਨ। ਬੇਸ਼ੱਕ ਮੈਂ ਉਸਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ। ਪਰ ਵਜ਼ੀਰ ਖਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੋਹੀਨ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ। ਅਸਦ ਖਾਨ ਡੂੰਘੀ ਸੋਚ ਵਾਲੀ ਬਾਤ ਹੈ ਜਹਾਂਪਨਾ। ਅੱਗੋਂ ਗੋਲਕੁੰਡਾ ਤੇ ਬੀਜਾਪੁਰ ਫਤਿਹ ਕਰਕੇ ਅਸੀਂ ਮਰਾਠਿਆਂ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਇਸ ਵਕਤ ਮੁਲਕ ਦੀ ਹਾਲਤ ਬਹੁਤ ਨਾਜ਼ੁਕ ਹੈ। ਆਖਿਰ ਪੰਜਾਬ ਵਿੱਚ ਵਜ਼ੀਰ ਖਾਨ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ। ਔਰੰਗਜ਼ੇਬ ਸਭ ਪਹਿਲੂ ਮੈਂ ਅੱਛੀ ਤਰ੍ਹਾਂ ਸੋਚੇ ਹਨ, ਮੈਨੂੰ ਕੋਈ ਠੀਕ ਰਾਹ ਨਜ਼ਰ ਨਹੀਂ ਆਉਂਦਾ। ਅਸਦ ਖਾਨ ਮੇਰਾ ਖਿਆਲ ਹੈ ਕਿ ਗੁਰੂ ਨੂੰ ਬਾਇਜ਼ਤ ਇੱਥੇ ਬੁਲਾਇਆ ਜਾਵੇ, ਉਹਨਾਂ ਦੀ ਤਸੱਲੀ ਕਰਕੇ ਸੁਲ੍ਹਾ ਕਰ ਲਈ ਜਾਵੇ। ਔਰੰਗਜ਼ੇਬ ਅੱਗੋਂ 2 ਦਫਾ ਮੈਂ ਪੈਗਾਮ ਭੇਜ ਚੁੱਕਾ ਹਾਂ, ਹੁਣ ਉਹ ਪੀਰ ਕਿਸੇ ਹਾਲਤ ਵਿੱਚ ਸਾਡੀ ਕਿਸੇ ਗੱਲ 'ਤੇ ਯਕੀਨ ਨਹੀਂ ਕਰੇਗਾ। ਅਸਦ ਖਾਨ ਉਸਦੇ ਜ਼ਫਰਨਾਮੇ ਦੇ ਅਖੀਰ 'ਤੇ ਕਿਆ ਲਿਖਿਆ ਹੈ। ਔਰੰਗਜ਼ੇਬ ਮੈਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਣ ਦਾ ਪੈਗਾਮ ਘੱਲਿਆ ਹੈ। ਅਸਦ ਖਾਨ ਇਸ ਵਕਤ ਦੱਖਣ ਵਿੱਚ ਸਾਡੀ ਹਾਲਤ ਇਤਨੀ ਖਰਾਬ ਹੈ ਕਿ ਹਜ਼ੂਰ ਇੱਕ ਦਿਨ ਲਈ ਵੀ ਇੱਧਰ ਉੱਧਰ ਨਹੀਂ ਜਾ ਸਕਦੇ। ਔਰੰਗਜ਼ੇਬ ਤਾਂ ਫਿਰ ਕਿਆ ਢੰਗ ਵਰਤਿਆ ਜਾਵੇ। ਅਸਦ ਖਾਨ ਹਜ਼ੂਰ ਆਪਣੇ ਹੱਥੀਂ ਖੱਤ ਲਿਖ ਕੇ ਇਤਵਾਰਯੋਗ ਕਾਸਦ ਹੱਥ ਭੇਜੋ। ਔਰੰਗਜ਼ੇਬ ਜਿਵੇਂ ਕੋਈ ਗੱਲ ਜੱਚ ਗਈ ਹੁੰਦੀ ਹੈ, ਮੇਰਾ ਵੀ ਇਹੋ ਖਿਆਲ ਹੈ। ਖਾਸ ਕਾਸਦ ਨੂੰ ਭੇਜ ਕੇ ਗੁਰੂ ਨੂੰ ਸੁਲ੍ਹਾ ਸਫਾਈ ਲਈ ਇੱਥੇ ਬੁਲਾਉਂਦਾ ਹਾਂ, ਉਹਨਾਂ ਦੀ ਹਿਫਾਜ਼ਤ ਦਾ ਖਾਤਰ ਖਵਾ ਇੰਤਜ਼ਾਮ ਕਰਦਾ ਹਾਂ। ਜਾਓ ਮੀਰ ਮੁਨਸ਼ੀ ਔਰ ਦਇਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰੋ, ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ। ਅਸਦ ਖਾਨ ਜੋ ਹੁਕਮ ਜਹਾਂਪਨਾ। ਔਰੰਗਜ਼ੇਬ ਦੇਖੋ ਕਿਸੇ ਨਾਲ ਬਾਤ ਨਹੀਂ ਕਰਨੀ। ਅਸਦ ਖਾਨ ਹਰਗਿਜ਼ ਨਹੀਂ ਜਹਾਂਪਨਾ। ਸਿਰ ਝੁਕਾ ਕੇ ਜਾਂਦਾ ਹੈ। ਔਰੰਗਜ਼ੇਬ ਬੇਚੈਨ ਕਮਰੇ ਅੰਦਰ ਘੁੰਮਦਾ ਹੈ, ਫਿਰ ਮਾਲਾ ਫੇਰਨ ਲੱਗ ਜਾਂਦਾ ਹੈ। ਜਦੋਂ ਮਨ ਨੂੰ ਫਿਰ ਵੀ ਟਿਕਾ ਨਹੀਂ ਮਿਲਦਾ ਤਾਂ ਜ਼ਫਰਨਾਮਾ ਲੈ ਕੇ ਉੱਚੀ ਉੱਚੀ ਪੜ੍ਹਦਾ ਹੈ। ਆਵਾਜ਼, ਐ ਖੁਦਾ ਤੂੰ ਅਲੌਕਿਕ ਤਾਕਤ ਦਾ ਸ਼ਿਕਰ ਹਮੇਸ਼ਾ ਰਹਿਣ ਵਾਲਾ ਮਿਹਰਬਾਨ ਹੈ, ਤੂੰ ਖੁਸ਼ੀਆਂ ਦੇਣ ਵਾਲਾ ਰਾਜਕ ਮੁਕਤੀ ਦਾਤਾ ਔਰ ਰਹਿਮ ਕਰਨ ਵਾਲਾ ਹੈ। ਮੈਂ ਹੁਣ ਤੇਰੀ ਕੁਰਾਨ ਦੀ ਕਸਮ का क्या ਇਤਬਾਰ ਕਰਾਂ, ਵਰਨਾ ਤੂੰ ਹੀ ਦੱਸ ਮੇਰੀ ਲੜਾਈ ਪੜ੍ਹਾਈ ਨਾਲ ਕਿਆ ਵਾਸਤਾ ਹੈ। ਮੈਨੂੰ ਇਹ ਪਤਾ ਨਹੀਂ ਸੀ ਕਿ ਕਰਾਰ ਤੋੜਨ ਵਾਲਾ ਔਰੰਗਜ਼ੇਬ ਧਨ ਦੌਲਤ ਦਾ ਮੁਰੀਦ ਹੈ, ਧਰਮ ਈਮਾਨ ਨੂੰ ਪਰੇ ਸੁੱਟ ਦੇਣ ਵਾਲਾ ਹੈ। ਔਰੰਗਜ਼ੇਬ ਨਾ ਤੂੰ ਦੀਨ ਈਮਾਨ ਉੱਤੇ ਕਾਇਮ ਹੈ, ਨਾ ਹੀ ਤੂੰ ਸ਼ਰਅ ਸ਼ਰੀਅਤ ਦਾ ਪਾਬੰਦ ਹੈ, ਨਾ ਤੈਨੂੰ ਰੱਬ ਦੀ ਪਛਾਣ ਹੈ ਤੇ ਨਾ ਹੀ ਤੇਰਾ ਹਜ਼ਰਤ ਮੁਹੰਮਦ ਉੱਤੇ ਯਕੀਨ ਹੈ। ਕੀ ਹੋਇਆ ਜੇ ਮੇਰੇ 4 ਬੇਟੇ ਮਾਰੇ ਗਏ? ਅਜੇ ਤੱਕ ਕੁੰਡਲੀਦਾਰ ਖਾਲਸਾ ਬਾਕੀ ਹੈ। ਜੀਨਤ ਬੇਟੀ ਨੂੰ ਆਉਂਦੀ ਵੇਖ ਕੇ ਇੱਕਦਮ ਚੁੱਪ ਹੋ ਜਾਂਦਾ ਅਤੇ ਜ਼ਫਰਨਾਮਾ ਲੁਕੋ ਲੈਂਦਾ ਹੈ। ਜੀਨਤ, ਅੱਬਾ ਜਾਨ, ਮੈਂ ਕਈ ਸਾਲਾਂ ਤੋਂ ਆਪ ਦੀ ਦਿਲੀ ਖਿਦਮਤ ਕਰ ਰਹੀ ਹਾਂ, ਪਰ ਅਫਸੋਸ ਹੈ ਮੈਂ ਆਪ ਦਾ ਯਕੀਨ ਹਾਸਿਲ ਨਹੀਂ ਕਰ ਸਕੀ। ਔਰੰਗਜ਼ੇਬ, ਬੇਟੀ ਤੂੰ ਗਲਤ ਸਮਝ ਰਹੀ ਹੈ, ਮੈਨੂੰ ਆਪਣੇ ਆਪ 'ਤੇ ਯਕੀਨ ਨਹੀਂ ਰਿਹਾ। ਜੀਨਤ, ਅੱਬਾ ਜਾਨ, ਆਪ ਮੇਰੇ ਪਾਸੋਂ ਕੋਈ ਭੇਦ ਛੁਪਾ ਰਹੇ ਹੋ ਜੋ ਆਪ ਦੇ ਮਨ ਨੂੰ ਪਰੇਸ਼ਾਨ ਕਰ ਰਿਹਾ। ਔਰੰਗਜ਼ੇਬ, ਬੇਟੀ ਤੂੰ ਇਹਨਾਂ ਬਾਤਾਂ ਵਿੱਚ ਨਾ ਪਵੇਂ ਤਾਂ ਅੱਛਾ ਹੈ। ਜੀਨਤ, ਜਹਾਂ ਪਨਾਹ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਫਰਮਾਓ। ਔਰੰਗਜ਼ੇਬ, ਬੇਟੀ ਠਹਿਰ, ਤੂੰ ਨਾਰਾਜ਼ ਹੋ ਗਈ, ਸਾਰੀ ਦੁਨੀਆ ਹੀ ਮੇਰੇ ਕੋਲੋਂ ਤੰਗ ਹੈ। ਜੀਨਤ, ਅੱਬਾ ਜਾਨ, ਮੈਨੂੰ ਦੁੱਖ ਹੈ ਕਿ ਤੁਸੀਂ ਮੇਰੇ ਉੱਤੇ ਇਤਬਾਰ ਨਹੀਂ ਕਰ ਰਹੇ। ਔਰੰਗਜ਼ੇਬ, ਬੇਟੀ ਸੱਚ ਜਾਣਨਾ ਚਾਹੁੰਦੀ ਹੈ। ਜੀਨਤ, ਤੁਹਾਡੀ ਭਲਾਈ ਖਾਤਰ ਅੱਬਾ ਜਾਨ। ਔਰੰਗਜ਼ੇਬ, ਇਹ ਭੇਦ ਦੱਸਦਿਆਂ ਮੈਨੂੰ ਡਰ ਲੱਗ ਰਿਹਾ ਹੈ ਕਿ ਮੇਰੀ ਬੇਟੀ ਮੈਨੂੰ ਨਹਾਇਤ ਘਟੀਆ ਇਨਸਾਨ ਖਿਆਲ ਕਰਨ ਲੱਗ ਜਾਏਗੀ। ਅੱਗੇ ਉਹ ਮੇਰੀਆਂ ਬੁਰੀਆਂ ਆਦਤਾਂ ਤੋਂ ਅੱਛੀ ਤਰ੍ਹਾਂ ਵਾਕਫ ਹੈ। ਜੀਨਤ, ਅੱਬਾ ਜਾਨ, ਇਹ ਕਿਸੇ ਹਾਲਤ ਵਿੱਚ ਨਹੀਂ ਹੋ ਸਕਦਾ। ਮੈਂ ਸਮਝਦੀ ਹਾਂ ਆਪ ਵਿੱਚ ਆਲਾ ਇਨਸਾਨੀਅਤ ਵਾਲੀਆਂ ਬਹੁਤ ਖੂਬੀਆਂ ਹਨ, ਕਮੀਆਂ ਕਿਸ ਇਨਸਾਨ ਵਿੱਚ ਨਹੀਂ ਹੁੰਦੀਆਂ। ਮੈਂ ਫੌਰਨ ਜਾਣਨਾ ਚਾਹੁੰਦੀ ਹਾਂ ਕਿਹੜਾ ਭੇਤ ਰਾਤ ਦਾ ਤੁਹਾਡੇ ਦਿਮਾਗ ਨੂੰ ਪਰੇਸ਼ਾਨ ਕਰ ਰਿਹਾ ਹੈ। ਔਰੰਗਜ਼ੇਬ, ਬੇਟੀ ਗੁਰੂ ਗੋਬਿੰਦ ਸਿੰਘ ਦਾ ਪੰਜਾਬ ਤੋਂ ਆ ਦੂਜਾ ਖੱਤ ਆਇਆ ਹੈ। ਜੀਨਤ, ਤੁਸੀਂ ਪਹਿਲਾਂ ਵੀ ਮੇਰੇ ਪਾਸੋਂ ਛੁਪਾਈ ਰੱਖਿਆ ਹੈ। ਔਰੰਗਜ਼ੇਬ, ਕਿਉਂਕਿ ਤੂੰ ਤੇ ਮੁਅਜ਼ਮ ਹਮੇਸ਼ਾ ਗੁਰੂ ਦੇ ਹੱਕ ਵਿੱਚ ਬੋਲਦੇ ਰਹੇ ਹੋ, ਸ਼ਾਇਦ ਨੰਦ ਲਾਲ ਗੋਇਆ ਦੇ ਅਸਰ ਕਰਕੇ। ਜੀਨਤ, ਇਸ ਖੱਤ ਵਿੱਚ ਐਸੀ ਕਿਹੜੀ ਬਾਤ ਹੈ ਜੋ ਮੇਰੇ ਅੱਬਾ ਦੀ ਜ਼ਮੀਰ ਨੂੰ ਹਲੂਣ ਗਈ ਹੈ? ਔਰੰਗਜ਼ੇਬ, ਉਸ ਪੀਰ ਨਾਲ ਮੇਰੇ ਹੱਥੋਂ ਸਖਤ ਧੋਖਾ ਹੋਇਆ। ਬਾਬਰ ਨੇ ਬਾਬਾ ਨਾਨਕ ਅੱਗੇ ਸਿਰ ਝੁਕਾਇਆ ਸੀ, ਪਰ ਮੈਂ ਉਸ ਗੁਰੂ ਘਰ ਨਾਲ ਮੱਥਾ ਲਾਇਆ ਹੈ। ਜੀਨਤ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵੱਲ ਇਸ਼ਾਰਾ ਕਰ ਰਹੇ ਹੋ? ਔਰੰਗਜ਼ੇਬ, ਨਹੀਂ, ਇਸ ਖੱਤ ਦਾ ਨਾਂ ਹੈ ਜ਼ਫਰਨਾਮਾ। ਯਕੀਨਨ ਗੁਰੂ ਦੀ ਫਤਿਹ ਔਰ ਮੇਰੀ ਸਿਕਸ਼ਤ ਹੋਈ ਹੈ। ਜੀਨਤ ਕਾਹਲੀ ਪੈ ਕੇ, ਮੈਨੂੰ ਕੁਝ ਸਮਝ ਨਹੀਂ ਆਈ ਅੱਬਾ ਜਾਨ। ਔਰੰਗਜ਼ੇਬ, ਵਜ਼ੀਰ ਖਾਨ ਨੇ ਮੇਰੇ ਨਾਂ 'ਤੇ ਝੂਠੀਆਂ ਕਸਮਾਂ ਖਾ ਕੇ ਗੁਰੂ ਨੂੰ ਆਨੰਦਪੁਰ ਤੋਂ ਕਢਵਾਇਆ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ। ਜੀਨਤ, ਅੱਬਾ ਜਾਨ, ਇਹ ਹਥਿਆਰ ਤਾਂ ਤੁਸੀਂ ਰੋਜ਼ ਮਰਾਠਿਆਂ ਦੇ ਖਿਲਾਫ ਇਸਤੇਮਾਲ ਕਰਦੇ ਹੋ। ਔਰੰਗਜ਼ੇਬ, ਪਰ ਮੈਂ ਮੁਕੱਦਮ ਕੁਰਾਨ ਦੀ ਕਸਮ ਕਦੇ ਨਹੀਂ ਖਾਧੀ। ਜੀਨਤ, ਅੱਬਾ, ਤੁਸੀਂ ਅਸਲ ਗੱਲ ਅਜੇ ਵੀ ਛੁਪਾ ਰਹੇ ਹੋ, ਤੁਹਾਡਾ ਚਿਹਰਾ ਸਾਫ਼ ਦੱਸਦਾ ਹੈ। ਔਰੰਗਜ਼ੇਬ, ਗੁਰੂ ਦੇ ਵੱਡੇ 2 ਬੇਟੇ ਲੜਾਈ ਵਿੱਚ ਮਾਰੇ ਗਏ। ਜੀਨਤ,
ਛੋਟੇ ਤਾਂ ਸਹੀ ਸਲਾਮਤ ਹਨ। ਔਰੰਗਜ਼ੇਬ ਇਹ ਗੱਲ ਮੇਰੇ ਪਾਸੋਂ ਨਾ ਪੁੱਛ। ਜੀਨਤ ਅੱਬਾ ਜਲਦੀ ਮਨ ਦਾ ਭਾਰ ਹੌਲਾ ਕਰੋ। ਔਰੰਗਜ਼ੇਬ ਵਜ਼ੀਰ ਖਾਨ ਨੇ ਗੁਰੂ ਦੇ ਦੋਵੇਂ ਛੋਟੇ ਬੇਟੇ ਜਿਉਂਦੇ ਨੀਹਾਂ ਵਿੱਚ ਚਿਣਵਾ ਕੇ ਮਾਰ ਦਿੱਤੇ ਹਨ। ਜੀਨਤ ਚੀਖ ਮਾਰ ਕੇ बेहोशी ਵਿੱਚ अब्बा ये तो जुल्म की इंतहा है, क्योंकि उन्होंने नींव में जो दीवार के नीचे हम नींव भरते हैं कुछ भी घर में, उनमें उनके जो बेटे थे वो चिन दिए थे। खुदा तुहानू कदे माफ़ नहीं करेगा। औरंगजेब बेटी इस वास्ते मैं इस खबर दसन तो घबराउंदा सा। तू ते मुअज्जम हमेशा मैनू इस राह तो रोकदे रहे, पर मैनू गलत खबरां पुजदियां रहियां। जीनत रोंदी हुई अब्बा जदों तुहाडा बागी बेटा अकबर फौत होया सी, फौत मतलब उसकी मौत हो गई थी, तां तुसीं किन्ना रोए सी। इस वक्त तुहाडी बागी हालत, बागी शायर बेटी जैब-उन-निशा चल वसी तां तुसीं जारो जार रोए सी, पर अज मासूम बच्चों की शहीदी ते तुसीं चुप खड़े हो। और ये बेटी अज मेरी रूह रो रही है, मेरा रोम रोम कंब रहा। सारी रात मैं सूली ते टंगिया रहा हाँ। 7 और 9 साल के बच्चों उत्ते जुल्म करन दी इस्लाम हरगिज़ इजाजत नहीं देंदा, मगर मैं मजबूर हाँ। जिन्हें तुसी वजीर खान सख्त तो सख्त सज़ा दे के सिखां दा दिल ठंडा कर सकते हो। औरंगजेब बेटी बस इहो गम है कि मैं इस वक्त उसनू सज़ा नहीं दे सकता, रब ही उसनू सज़ा देवेगा। जीनत गुस्से दे पागलपन विच सज़ा नहीं दे सकते। फिर अब्बा तुहाडे इशारे ते ही ये गुनाह होया है। भरावां नू कतल करन नालों भी किन्ना भारी है गुनाह। अब्बा तुहाडी रूह नू कदी चैन नहीं आवेगा। औरंगजेब बेटी मेरी बात तां सुन, मैं ठीक ही भारी गुनाहगार हाँ। ये रूहानी गम मैनू जल्द खत्म कर देवेगा। मैं इसकी तलाफी चाहुंदा होया भी बेबस हाँ। जीनत अब्बा तू मुसलमान हुंदा होया भी रब नू नहीं पछाण सकिया। तू रब तो डरदा जरूर है, मगर उसनू प्यार नहीं करदा, इस करके उसकी खलक नू तू सारी उम्र दुखी किया है। खुदा रहम करे। औरंगजेब बेटी मैं सब कुछ समझदा हाँ, लोकी मैनू इंसान भी ख्याल नहीं करनगे। मैं अनगिनत लड़ाइयां जित के भी जिंदगी दी बाजी हार के जा रहा हाँ। मैं खाली हाथ इस दुनिया विच आया सा, गुनाहां दे भार नाल लद्या जावांगा। बेटी जीनत तू मेरी आखिरी उम्र दा सहारा है। ठहर, बुझ रहे दीवे नू फूक ना मार। मेरियां यादां कौड़ियां जहर हन। मैं अपने बेटियां दे नाम वसीयत लिखनी चाहुंदा हाँ। बेटी जीनत मेरी मदद कर। दीवे टिमटिमांदे हन। औरंगजेब जीनत बेटी कहंदा होया कमरे तो बाहर लड़खड़ाउंदा चला जाता है। पर्दा डिगदा है। तो इस कहानी में असीं पढ़िया कि इस दे विच गुरु ने जो जफरनामा लिखिया तो उसनू पढ़ के औरंगजेब की की हालत हुंदी है। वो अंदर ही अंदर बहुत दुखी ते परेशान हुंदा है ते वो रब दे कहर तो डरदा भी है। तो हुण इस दे शब्दां दे अर्थ हन आलमगीर दुनिया नू काबू रखण वाला, यानी कि राजा। औरंगजेब दा एक खिताब उमरा, अमीर लोग, उलमा, विद्वान, पंडित, कुफर, झूठ, शराब नोशी, शराब पीना, कुश्तो खून, कतल, रहबरी, अगवाई, शिक्षत हार, समाली, उत्तरी सल्तनत, राज, अबादत, बंदगी, पुख्ता, पक्का, मुस्तकिल, पक्का, दृढ़, तुअलक, संबंध, खादम, खिदमत करन वाला, कुवत, शक्ति, जरा निवाजी, बख्शश, कासत, सुनेहा पहुँचाउण वाला, खलकत, परजा। तो हुण इस दे प्रश्नां दे उत्तर हन। हेठ लिखी वार्तालाप नूं ध्यान नाल पढ़ो ते पुछे गए प्रश्नां दे उत्तर दो। नहीं तू भुलेखे विच रहा है। अशोक ते अकबर वांग लोकां दे दिलां नूं जिੱਤਣ नाल राज दीयां नीहां पक्कीਆਂ ਹੁੰਦੀਆਂ ਹਨ। सिख, मराठे, राजपूत, संत, साधु, सियां, सूफी, कुल हिंदू जाति तेरी हुकूमत तो दुखी है। राज दीयां नीहां किवें पक्कीਆਂ ਹੁੰਦੀਆਂ ਹਨ? ਤਾਂ ਇਸ ਤਰ੍ਹਾਂ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ? ਉਹਨਾਂ ਨੇ ਆਪਣੇ ਰਾਜ ਦੀਆਂ ਨੀਹਾਂ ਲੋਕਾਂ ਦੇ ਦਿਲਾਂ ਨੂੰ ਜਿੱਤ ਕੇ ਪੱਕੀਆਂ ਕੀਤੀਆਂ ਸਨ। ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ? ਸਿੱਖ, ਮਰਾਠੇ, ਸੰਤ, ਸਾਧੂ, ਸ਼ੀਆ, ਰਾਜਪੂਤ, ਹਿੰਦੂ, सूफी, सारे औरंगजेब की हुकूमत तो दुखी सन। फिर अगला प्रश्न है औरंगजेब की इस वार्तालाप नूं पढ़ के असीं इसके क्वेश्चन के उत्तर दे रहे हाँ। मेरा भी इहो ख्याल है, खास कासत नूं भेज के गुरु नूं सुलह सफाई लई इत्थे बुलांदा हाँ। उन्हां दी हिफाजत दा खातर खवा इंतजाम करदा हाँ। जाओ मीर मुंशी और दया सिंह नूं दरबार विच हाज़र करो, मैं तैयार हो के जल्दी आउंदा हाँ। ये शब्द कौन किस नूं आखदा है? तां ਇਹ शब्द औरंगजेब ने असद खान नूं कहे सन। फिर अगला है
ਔਰੰਗਜ਼ੇਬ ਕਾਸਦ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ? ਔਰੰਗਜ਼ੇਬ ਕਾਸਦ ਨੂੰ ਗੁਰੂ ਦੇ ਭੇਜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਲਹ ਸਫਾਈ ਕਰਨ ਲਈ ਬੁਲਾਉਣਾ ਚਾਹੁੰਦਾ ਹੈ। ਦਰਬਾਰੇ ਖਾਸ ਵਿੱਚ ਕਿਹਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ? ਦਇਆ ਸਿੰਘ ਅਤੇ ਮੀਰ ਮੁਨਸ਼ੀ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ। ਫਿਰ ਅੱਗੇ ਦੇਖੋ, ਬੇਸ਼ੱਕ ਮੈਂ ਉਸਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ, ਪਰ ਵਜ਼ੀਰ ਖਾਨ ਨੇ ਤਾਂ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੋਹੀਨ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ? ਇਹ ਸ਼ਬਦ ਕੌਣ ਕਿਸ ਨੂੰ ਆਖਦਾ ਹੈ? ਇਹ ਸ਼ਬਦ ਔਰੰਗਜ਼ੇਬ ਨੇ ਅਸਦ ਖਾਨ ਨੂੰ ਕਹੇ। ਇਹਨਾਂ ਸਤਰਾਂ ਵਿਚਲੇ ਸ਼ਬਦ ਉਸ ਦੇ ਬਾਪ ਕਿਸ ਸ਼ਖਸੀਅਤ ਵੱਲ ਇਸ਼ਾਰਾ ਕਰਦੇ ਹਨ? ਤਾਂ ਇਹ ਗੁਰੂ ਗੋਬਿੰਦ ਸਿੰਘ ਜੀ ਵੱਲ ਇਸ਼ਾਰਾ ਕਰਦੇ ਹਨ। ਮਤਲਬ ਉਹਨਾਂ ਦੇ ਬਾਪ ਗੁਰੂ ਤੇਗ ਬਹਾਦਰ, ਉਹਨਾਂ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਨੂੰ ਵੱਲ ਇਸ਼ਾਰਾ ਕੀਤਾ ਗਿਆ। ਉਹਨਾਂ ਨੂੰ ਔਰੰਗਜ਼ੇਬ ਨੇ ਮਰਵਾ ਦਿੱਤਾ ਸੀ। ਵਜ਼ੀਰ ਖਾਨ ਨੇ ਔਰੰਗਜ਼ੇਬ ਦਾ ਨਾਂ ਕਿਵੇਂ ਬਦਨਾਮ ਕੀਤਾ? ਉਸਨੇ ਪਹਿਲਾਂ ਔਰੰਗਜ਼ੇਬ ਦੇ ਨਾਂ 'ਤੇ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕੀਤਾ ਤੇ ਬਾਅਦ ਵਿੱਚ ਹਮਲਾ ਕਰ ਦਿੱਤਾ, ਜਿਸ ਵਿੱਚ ਗੁਰੂ ਜੀ ਦੇ 2 ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਫਿਰ ਹੁਣ ਅਗਲਾ ਹੈ, ਹੇਠ ਲਿਖੇ ਪਾਤਰਾਂ ਦਾ ਪਾਤਰ ਚਿਤਰਨ ਕਰੋ। ਤਾਂ ਪਹਿਲਾਂ ਅਸੀਂ ਕਰਾਂਗੇ ਔਰੰਗਜ਼ੇਬ ਦਾ। ਔਰੰਗਜ਼ੇਬ ਡਾਕਟਰ ਹਰਚਰਨ ਸਿੰਘ ਇਕਾਂਗੀ ਨਾਟਕ ਜ਼ਫਰਨਾਮਾ ਦਾ ਮੁੱਖ ਪਾਤਰ ਹੈ। ਉਹ ਮੁਗਲ ਸ਼ਹਿਨਸ਼ਾਹ ਸੀ, ਮਤਲਬ ਮੁਗਲ ਰਾਜਾ ਸੀ। ਉਹ ਮਧਰੇ ਕੱਦ ਦਾ ਸੀ। ਉਹ ਆਪਣੀ ਅਖੀਰਲੀ ਉਮਰ ਵਿੱਚ ਬਹੁਤ ਕਮਜ਼ੋਰ ਹੋ ਗਿਆ ਸੀ ਅਤੇ ਬਹੁਤ ਹੀ ਦਿਲੋਂ ਉਹ ਬਹੁਤ ਹੀ ਪਰੇਸ਼ਾਨ ਸੀ। ਉਸਦਾ ਪਰਿਵਾਰ ਭਾਵੇਂ ਬਹੁਤ ਵੱਡਾ ਸੀ, ਅਖੀਰ ਸਮੇਂ 'ਤੇ ਉਸਦੀ ਬੇਟੀ ਹੀ ਉਸਨੂੰ ਸੰਭਾਲ ਰਹੀ ਸੀ ਅਤੇ ਉਸਦੀ ਬੇਗਮ ਵੀ ਉਸਦੇ ਕੋਲ ਹੀ ਸੀ। ਉਹ ਇੱਕ ਬਹੁਤ ਹੀ ਜ਼ਾਲਮ ਬਾਦਸ਼ਾਹ ਸੀ। ਉਹ ਹਕੂਮਤ ਦੀ ਹਵਸ ਵਿੱਚ ਅੰਨਾ ਹੋ ਕੇ ਉਸਨੇ ਆਪਣੇ ਪਿਤਾ ਦੀ ਮੌਤ ਦਾ ਇੰਤਜ਼ਾਰ ਨਹੀਂ ਸੀ ਕੀਤਾ। ਉਹ ਬਹੁਤ ਹੀ ਗੁੱਸੇ ਵਾਲਾ ਅਤੇ ਸ਼ੱਕੀ ਸੁਭਾਅ ਦਾ ਸੀ। ਉਹ ਆਪਣੀ ਪਤਨੀ ਬੇਟੇ ਅਤੇ ਆਪਣੇ ਪਰਿਵਾਰ ਨੂੰ ਬਹੁਤ ਹੀ ਪਿਆਰ ਕਰਦਾ ਸੀ। ਪਰ ਅਖੀਰ ਸਮੇਂ 'ਤੇ ਉਹ ਜਦੋਂ ਗੁਰੂ ਜੀ ਉਸਨੂੰ ਜ਼ਫਰਨਾਮਾ ਲਿਖਦੇ ਹਨ ਤਾਂ ਬਹੁਤ ਹੀ ਦੁਖੀ ਅਤੇ ਪਰੇਸ਼ਾਨ ਹੁੰਦਾ ਹੈ ਅਤੇ ਕਿਸੇ ਨਾਲ ਵੀ ਆਪਣਾ ਦੁੱਖ ਨਹੀਂ ਵੰਡਦਾ। ਫਿਰ ਅੱਗੇ ਨਿਸ਼ਾ ਔਰੰਗਜ਼ੇਬ ਦੀ ਬੇਗਮ ਉਦੈਪੁਰੀ ਦੀ ਬੇਟੀ ਸੀ। ਉਹ ਜ਼ਫਰਨਾਮਾ ਇਕਾਂਗੀ ਦੀ ਮਹੱਤਵਪੂਰਨ ਪਾਤਰ ਹੈ। ਉਹ ਆਪਣੇ ਪਿਤਾ ਦਾ ਬਹੁਤ ਖਿਆਲ ਰੱਖਦੀ ਸੀ। ਉਹ ਆਪਣੇ ਪਿਤਾ ਨੂੰ ਦਿਲੋਂ ਪਿਆਰ ਤੇ ਸਤਿਕਾਰ ਕਰਦੀ ਸੀ। ਉਹ ਇੱਕ ਸੱਚੀ ਮੁਸਲਮਾਨ ਸੀ ਅਤੇ ਰੱਬ ਦੇ ਭਾਣੇ ਤੋਂ ਡਰਦੀ ਸੀ। ਉਸ ਨੂੰ ਰਾਜਨੀਤੀ ਦੀ ਸਮਝ ਨਹੀਂ ਸੀ, ਪਰ ਉਹ ਆਪਣੇ ਪਿਤਾ ਦੀਆਂ ਗੱਲਾਂ ਵਿੱਚ ਧਿਆਨ ਦਿੰਦੀ ਸੀ, ਉਹਨਾਂ ਦਾ ਧਿਆਨ ਰੱਖਦੀ ਸੀ। ਉਸ ਦਾ ਸੁਭਾਅ ਸੀਗਾ ਜਿਹੜਾ ਬਹੁਤ ਹੀ ਭਾਵੁਕ ਸੀ। ਉਹ ਸਾਹਿਬਜ਼ਾਦਿਆਂ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਹੀ ਪਰੇਸ਼ਾਨ ਹੁੰਦੀ ਹੈ, ਆਪਣੇ ਪਿਤਾ ਤੋਂ ਵੀ ਨਾਰਾਜ਼ ਹੋ ਜਾਂਦੀ ਹੈ। ਫਿਰ ਅੱਗੇ ਹੈ ਬੇਗਮ ਉਦੈਪੁਰੀ ਉਸਦੀ ਤੀਸਰੀ ਪਤਨੀ ਸੀ ਸ਼ਹਿਨਸ਼ਾਹ ਦੀ, ਤੇ ਜਿਨ੍ਹਾਂ ਤੋਂ ਨਿਸ਼ਾ ਅਤੇ ਕਾਮ ਬਖਸ਼ ਉਸਦੇ ਬੱਚੇ ਸਨ। ਉਹ ਇੱਕ ਇਤਾਲਵੀ ਔਰਤ ਸੀ। ਉਹ ਆਪਣੇ ਪਤੀ ਨੂੰ ਸੱਚਾ ਪਿਆਰ ਕਰਦੀ ਸੀ, ਪਤੀ ਦੀ ਸੇਵਾ ਕਰਦੀ ਸੀ ਤੇ ਉਹ ਆਪਣੇ ਪਤੀ ਤੋਂ ਡਰ ਕੇ ਰਹਿੰਦੀ ਸੀ। ਅਸਦ ਖਾਨ ਜ਼ਫਰਨਾਮਾ ਇਕਾਂਗੀ ਦਾ ਮੁੱਖ ਪਾਤਰ ਹੈ। ਉਹ ਔਰੰਗਜ਼ੇਬ ਦਾ ਮਿੱਤਰ ਸੀ ਅਤੇ ਅਹਿਲਕਾਰ ਸੀ। ਔਰੰਗਜ਼ੇਬ ਉਸ 'ਤੇ ਬਹੁਤ ਹੀ ਭਰੋਸਾ ਕਰਦੇ ਸਨ, ਉਸ ਨੂੰ ਆਪਣੀਆਂ ਸਾਰੀਆਂ ਗੱਲਾਂ ਦੱਸਦੇ ਸਨ ਤੇ ਉਹ ਉਸਦਾ ਬਹੁਤ ਹੀ ਅਹਿਲਕਾਰ ਸੀ। ਉਹ ਦੂਸਰੇ ਧਰਮਾਂ ਨੂੰ ਸਤਿਕਾਰ ਦੇਣ ਵਾਲਾ ਸੀ। ਉਹ ਵਕਤ ਦੀਆਂ ਰਾਜਨੀਤਿਕ ਲੋੜਾਂ ਦੀ ਸਮਝ ਰੱਖਦਾ ਸੀ ਅਤੇ ਸਮੇਂ-ਸਮੇਂ ਔਰੰਗਜ਼ੇਬ ਨੂੰ ਵੀ ਉਸ ਬਾਰੇ ਦੱਸਦਾ ਰਹਿੰਦਾ ਸੀ। ਉਹ ਰੱਬ 'ਤੇ ਬਹੁਤ ਹੀ ਵਿਸ਼ਵਾਸ ਰੱਖਦਾ ਸੀ। ਫਿਰ ਇਹ ਸ਼ਾਹੀ ਹਕੀਮ ਔਰੰਗਜ਼ੇਬ ਦਾ ਸ਼ਾਹੀ ਹਕੀਮ, ਉਹ ਆਪਣੇ ਬਾਦਸ਼ਾਹ ਦੀ ਸਿਹਤ ਲਈ ਫਿਕਰਮੰਦ ਹੈ ਤੇ ਜੀਨਤ ਦੇ ਸੁਨੇਹਾ ਭੇਜਣ 'ਤੇ ਤੁਰੰਤ ਹਾਜ਼ਰ ਹੋ ਜਾਂਦਾ ਹੈ। ਔਰੰਗਜ਼ੇਬ ਨੂੰ ਉਸ 'ਤੇ ਕੋਈ ਭਰੋਸਾ ਨਹੀਂ। ਉਹ ਸਪਸ਼ਟ ਕਹਿੰਦਾ ਕਿ ਉਸਦੀਆਂ ਗੱਲਾਂ ਵਾਂਗ ਉਸਦੀ ਦਵਾਈ ਵੀ ਝੂਠੀ ਹੋਵੇਗੀ। ਪਰ ਹਕੀਮ ਔਰੰਗਜ਼ੇਬ ਨੂੰ ਤੇ ਉਸਦੇ ਪਰਿਵਾਰ ਨਾਲ ਉਸਦਾ ਇੱਕ ਅੱਛਾ ਰਿਸ਼ਤਾ ਹੁੰਦਾ ਹੈ। ਉਹ ਉਸਨੂੰ ਚੰਗੀ ਦਵਾ ਦਿੰਦਾ ਹੈ ਤੇ ਉਸਦੀ ਸਿਹਤ ਠੀਕ ਹੋਣ ਵਾਸਤੇ ਰੱਬ ਅੱਗੇ ਦੁਆ ਕਰਦਾ ਹੈ ਤੇ ਉਹ ਔਰੰਗਜ਼ੇਬ ਦਾ ਵਿਸ਼ਵਾਸ ਹਾਸਲ ਕਰਨ ਲਈ ਵੀ ਤਿਆਰ ਰਹਿੰਦਾ ਹੈ। ਤਾਂ ਅੱਜ ਅਸੀਂ ਜ਼ਫਰਨਾਮਾ ਇਕਾਂਗੀ ਪੜ੍ਹਿਆ, ਇਸ ਦੇ ਪ੍ਰਸ਼ਨ ਉੱਤਰ ਕਰੇ ਹਨ। ਮੈਂ ਇਹਨਾਂ ਨੂੰ ਲਿਖ ਕੇ ਤੁਹਾਨੂੰ ਕਰਵਾ ਦਾਂਗੀ। ਤੁਸੀਂ ਇਹਨਾਂ ਨੂੰ पढ़ना है। जितना तरह इकांगी में तुसी खुद नहीं पढ़ोगे उतना टाइम आपको ये बिल्कुल समझ नहीं आएगा। पहले आपको इसको पढ़ना है, तो फिर इसका जो भी आपको इनका इसमें पात्र चित्रण करना है, जो जैसे आता है तो वो क्वेश्चन आप खुद से कर पाओगे। मैं लिख के भी करवा दूंगी, पर आपको इकांगी को पहले पढ़ना है, फिर इसके प्रश्न उत्तर करने हैं। धन्यवाद।